ਅੱਛਾ ਮਿੰਟੂ ਜੀ, ਸਭ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਗੱਲ ਸ਼ੁਰੂਆਤ ਇਹਦੇ ਨਾਲ ਕਰਦੇ ਹਾਂ ਜੀ ਕਿ ਕੰਵਰ ਗਰੇਵਾਲ ਤੇ ਰਣਜੀਤ ਬਾਵਾ ਇਹਨਾਂ ਤੇ ਰੇਡ ਪਈ ਹੈ, ਇਹਦੀ ਜਾਣਕਾਰੀ ਦਿਓ। ਇਹ ਕੀ ਸਿਲਸਿਲਾ ਹੈ ਜੀ, ਕੀ ਮਾਮਲਾ ਹੈ ਸਾਰਾ? ਦੇਖੋ, ਚੋਣਾਂ ਤੋਂ ਵਿਹਲੇ ਹੋ ਗਏ ਆ ਏਜੰਸੀਆਂ ਵਾਲੇ, ਹੁਣ ਇੱਧਰ ਨੂੰ ਨਿਕਲ ਆਏ ਆ ਕਿ ਚਲੋ ਪੰਜਾਬ ਚਲੀਏ। ਤਾਂ ਹੁਣ ਇੱਧਰ ਥੋੜਾ ਜਿਹਾ ਭ੍ਰਮਣ ਕਰਨਗੇ, ਇੱਧਰ ਯਾਤਰਾ ਕਰਨਗੇ। ਤਾਂ ਵੇਖੋ, ਜਿਹੜਾ ਰਣਜੀਤ ਬਾਵਾ ਇਹਦੀ ਸ਼ਿਕਾਇਤ ਪਹਿਲਾਂ ਵੀ ਚਲੇ ਗਈ ਸੀਗੀ ਜਦੋਂ ਕਿਸਾਨੀ ਅੰਦੋਲਨ ਸੀਗਾ। ਉਹ ਤੋਂ ਥੋੜਾ ਸਮਾਂ ਬਾਅਦ ਜਦੋਂ ਅੰਦੋਲਨ ਦਿੱਲੀ ਪਹੁੰਚਿਆ, ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਇੱਕ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਇਹਦੀ ਕੰਪਲੇਂਟ ਕੀਤੀ ਸੀਗੀ। ਹਾਂਜੀ। ਔਰ ਖਾਸ ਤੌਰ ਤੇ ਜਦੋਂ ਗੁਰਦੀਪ ਸਿੰਘ ਰਾਣੋ ਵਾਲਾ ਮਾਮਲਾ ਉਭਰਿਆ ਹੋਇਆ ਸੀਗਾ ਤਾਂ ਉਹਦੀ ਇੱਕ ਤਸਵੀਰ ਸੀਗੀ, ਤਾਂ ਇਹਨਾਂ ਨੇ ਈਡੀ ਕੋਲ ਕੰਪਲੇਂਟ ਕੀਤੀ ਸੀਗੀ। ਉਹ ਕੁਛ ਤਾਂ ਮਾਮਲਾ ਉਧਰ ਵੀ ਤੁਰਿਆ ਫਿਰਦਾ ਰਿਹਾ। ਬਾਅਦ ਦੇ ਵਿੱਚ ਸਭਨਾਂ ਨੂੰ ਪਤਾ ਹੈ ਕਿ ਫਿਰ ਅੰਦੋਲਨ ਦੇ ਵਿੱਚ ਜਦੋਂ ਕਿਸਾਨਾਂ ਦਾ ਹੱਥ ਉੱਤੇ ਹੋ ਗਿਆ, ਦਬਾਅ ਸੀ, ਦਾਬਾ ਸੀਗਾ ਥੋੜਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਕੰਵਰ ਗਰੇਵਾਲ ਦਾ ਤਾਂ ਨਾਮ ਅੱਜ ਹੀ ਵੇਖਿਆ ਕਿ ਇਹੋ ਜਿਹੀ ਲਿਸਟ ਦੇ ਵਿੱਚ ਕਿਤੇ ਹੈਗਾ ਸੀਗਾ। ਇਹਨਾਂ ਨੇ ਆ ਕੇ ਛਾਪਾ ਮਾਰਿਆ। ਪਹਿਲਾਂ ਇਹ ਕਿਹਾ ਗਿਆ ਕਿ NIA ਨੇ ਛਾਪਾ ਮਾਰਿਆ, ਤਾਂ ਥੋੜਾ ਜਿਹਾ ਫਿਰ ਤੁਹਾਨੂੰ ਪਤਾ ਹੀ ਇੱਥੇ ਗੈਂਗਸਟਰਵਾਦ ਹੈ, ਜਿਸ ਤਰ੍ਹਾਂ ਮਿਊਜ਼ਿਕ ਇੰਡਸਟਰੀ ਦੇ ਨਾਲ ਉਹਦਾ ਲਿੰਕ ਜੁੜਦਾ ਹੈ। ਤਾਂ ਇਹ ਵੀ ਪਹਿਲਾਂ ਚਰਚਾ ਉੱਡੀ ਕਿ ਸ਼ਾਇਦ ਕੰਵਰ ਗਰੇਵਾਲ ਨੂੰ ਇਸੇ ਮੁਤਲਕ ਹੀ ਉਹਨਾਂ ਨੇ ਪੁੱਛਗਿੱਛ ਵਾਸਤੇ ਇਹ ਰੇਡ ਕੀਤੀ ਆ। ਤਾਂ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਹੀਂ, ਦੋਨੇ ਰੇਡਾਂ ਜਿਹੜੀਆਂ ਨੇ ਉਹ IT ਨੇ ਕੀਤੀਆਂ, ਮਤਲਬ ਕਿ ਇਨਕਮ ਟੈਕਸ ਨੇ ਕੀਤੀਆਂ। ਇਨਕਮ ਟੈਕਸ ਵਾਲਾ ਹੁਣ ਜਿਹੜਾ ਮਾਮਲਾ ਹੈ ਉਹਦੇ ਚ ਕੀ ਹੈ ਕਿ ਕੰਵਰ ਗਰੇਵਾਲ ਦਾ ਜਿਹੜਾ ਪਿੰਡ ਆ ਉਹ ਹੈਗਾ ਮਹਿਮਾ ਸੋਈਆਂ, ਇੱਧਰ ਬਠਿੰਡਾ ਸਾਈਡ ਤੇ, ਇੱਥੇ ਵੀ ਰੇਡ ਹੋਈ ਆ। ਤੇ ਦੂਸਰਾ ਉਹਦਾ ਜਿਹੜਾ ਟਿਕਾਣਾ ਮੋਹਾਲੀ, ਉਹਦੇ ਵਿੱਚ ਵੀ ਰੇਡ ਹੋਈ ਆ। ਪਰ ਜੇ ਤੁਸੀਂ ਰਣਜੀਤ ਬਾਵਾ ਦਾ ਮਾਮਲਾ ਦੇਖੋਗੇ, ਇਹ ਥੋੜਾ ਜਿਹਾ ਅਲੱਗ ਹੋ ਗਿਆ। ਅਲੱਗ ਇਸ ਕਰਕੇ ਹੋ ਗਿਆ ਕਿ ਕੰਵਰ ਗਰੇਵਾਲ ਦੇ ਨਾਲ ਤਾਂ ਜੋ ਹੋਣਾ ਸੀ ਹੋ ਗਿਆ, ਤਾਂ 5-7 ਘੰਟੇ ਰੇਡ ਚੱਲੀ ਤੇ ਉਸ ਤੋਂ ਬਾਅਦ ਕੰਮ ਮੁੱਕ ਗਿਆ। ਇੱਥੇ ਹੋਇਆ ਕੀ ਹੈ ਕਿ ਰਣਜੀਤ ਬਾਵਾ ਦੇ 3 ਟਿਕਾਣਿਆਂ ਤੇ ਇੱਕੋ ਵੇਲੇ ਰੇਡ ਕੀਤੀ ਗਈ। 3 ਵੀ ਨਹੀਂ ਕਹਿ ਸਕਦੇ, ਕਿ ਤਾਂ ਨਾਲ ਜਿਹੜਾ ਕੋਈ ਮੈਨੇਜਰ ਵਗੈਰਾ ਹੈ ਉਹਦੇ ਘਰ ਵੀ ਰੇਡ ਹੋਈ ਹੈ। ਸ਼ਾਇਦ 4 ਰੇਡਾਂ ਹੋਈਆਂ ਨੇ, ਮਤਲਬ ਕਿ 4 ਟਿਕਾਣੇ ਕਹਿ ਸਕਦੇ ਆ। ਤਾਂ ਉਹਦੇ ਵਿੱਚ ਇਹਦੇ ਪਿੰਡ ਜਾਂ ਜਿਹੜਾ ਇਹਦਾ ਨੇੜਲਾ ਸ਼ਹਿਰ ਹੈ ਉਸ ਟਿਕਾਣੇ ਤੇ, ਤੀਸਰਾ ਜਿਹੜਾ ਇਹਦਾ ਮਤਲਬ ਕਿ ਉਹ ਮੈਨੇਜਰ ਕਹਿ ਲਓ ਜਾਂ ਕੋਈ ਵੀ ਜਿਹੜਾ ਇਹਦਾ ਕੰਮ ਕਰ ਦੇਖਦਾ ਉਹਦੇ ਟਿਕਾਣੇ ਤੇ, ਚੌਥੀ ਰੇਡ ਹੋਈ ਆ ਮੋਹਾਲੀ ਚ। ਮੋਹਾਲੀ ਵਾਲੀ ਰੇਡ ਜਿਹੜੀ ਆ ਉਹ ਮੁੱਕਣ ਦਾ ਨਾਂ ਹੀ ਨਹੀਂ ਲੈ ਰਹੀ। ਜਿਵੇਂ ਕ੍ਰਿਕਟ ਦਾ ਟੈਸਟ ਮੈਚ ਚੱਲ ਰਿਹਾ ਹੁੰਦਾ, ਉਹ ਰੇਡ ਚੱਲੀ ਜਾਂਦੀ ਆ। ਸ਼ਾਮੀ ਜੇ ਹੋਇਆ ਕੀ ਹੈ ਕਿ ਇਨਕਮ ਟੈਕਸ ਵਾਲਿਆਂ ਨੇ ਤੇ ਤਲਾਈਆਂ ਰਜਾਈਆਂ ਮੰਗਾ ਲਈਆਂ ਉੱਤੇ, ਉਹ ਤਾਂ ਤੰਬੂ ਕੱਢ ਕੇ ਬਹਿ ਗਏ ਨੇ। ਉਹ ਕਹਿੰਦੇ ਅਸੀਂ ਜਾਣਾ ਹੀ ਨਹੀਂ ਆ। ਤਾਂ ਲੱਗਦਾ ਇਹੋ ਕਿ ਸਾਰੀ ਰਾਤ ਰੇਡ ਚੱਲੇਗੀ। ਅੱਛਾ ਜੀ, ਸਾਰੀ ਰਾਤ ਰੇਡ ਚੱਲੇਗੀ। ਤੇ ਉਹ ਤਾਂ ਗੱਦੇ ਗੁੱਦੇ ਮੰਗਾ ਕੇ ਉੱਤੇ ਪੱਕਾ ਆਪਦਾ ਪੂਰਾ ਟਿਕਾਣਾ ਬਣਾ ਰਹੇ ਨੇ। ਬਾਬਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਉਹ ਉੱਥੇ ਬੈਠ ਗਏ ਨੇ। ਸੋ ਇਹਦੇ ਚ ਹੁਣ ਕੀ ਨਿਕਲਦਾ, ਇਹ ਗੱਲ ਵੇਖਣ ਵਾਲੀ ਹੈ। ਤਾਂ ਰਣਜੀਤ ਬਾਵਾ ਦੇ ਮੋਹਾਲੀ ਵਾਲੇ ਟਿਕਾਣੇ ਤੇ ਉਹਨਾਂ ਨੇ ਪੂਰਾ ਆਪਣਾ ਜਿਹੜਾ ਟਿਕਾਣਾ ਕਾਇਮ ਕਰ ਲਿਆ। ਹੁਣ ਇਸ ਮਾਮਲੇ ਚ ਇੰਨਾ ਕੁ ਸਾਫ਼ ਹੈ, ਸਪਸ਼ਟ ਕਿ ਅਸਲ ਦੇ ਵਿੱਚ ਇਨਕਮ ਟੈਕਸ ਦੀ ਰੇਡ ਆ। ਪਰ ਪਹਿਲਾਂ ਚਰਚਾਵਾਂ ਜਿਹੜੀਆਂ ਸੀ ਉਹ ਵੱਖਰੀ ਕਿਸਮ ਦੀਆਂ ਸੀ। ਤਾਂ ਹੁਣ ਜਦੋਂ ਇਹਨਾਂ ਵੱਲੋਂ ਕੋਈ ਸਪਸ਼ਟੀਕਰਨ ਆਵੇਗਾ, ਕੋਈ ਇਹਨਾਂ ਵੱਲੋਂ ਕੋਈ ਪੱਖ ਆਵੇਗਾ, ਫੇਰ ਸਾਫ਼ ਹੋਏਗਾ। ਕਿਉਂਕਿ ਨਾ ਤਾਂ ਸੈਂਟਰਲ ਏਜੰਸੀਆਂ ਦੱਸਦੀਆਂ ਨੇ ਕਿਉਂਕਿ ਸਮੰਤਵ ਨਾਲ ਆਈਆਂ, ਤੇ ਨਾ ਹੀ ਜਿਹੜਾ ਬੰਦਾ ਕਾਬੂ ਆਇਆ ਹੁੰਦਾ ਫਿਰ ਉਹ ਦੱਸਣ ਜੋਗਾ ਹੁੰਦਾ, ਕਿਉਂਕਿ ਉਹਨੂੰ ਤੇ ਸਾਹ ਹੀ ਔਖੇ ਆਉਂਦੇ ਕਿ ਪਤਾ ਨਹੀਂ ਕਦੋਂ ਜਾਣਗੇ। ਤੇ ਇਸ ਕਰਕੇ ਤਾਂ ਬੰਦੇ ਨੂੰ ਪਾਣੀ ਦਾ ਘੁੱਟ ਨਹੀਂ ਲੰਘਦਾ ਜਦੋਂ ਇਹ ਆ ਕੇ ਉਸਤੇ ਸਿਰ ਤੇ ਬੈਠੇ ਹੁੰਦੇ ਆ। ਸੋ ਇੰਤਜ਼ਾਰ ਰਹੇਗਾ ਕਿ ਇਹ ਰੇਡ ਕਦੋਂ ਖਤਮ ਹੁੰਦੀ ਹੈ ਰਣਜੀਤ ਬਾਵਾ ਵਾਲੀ, ਤੇ ਕੀ ਇਹਦੇ ਚ ਕੋਈ ਆਫੀਸ਼ੀਅਲੀ ਉਹ ਕੋਈ ਬਿਆਨਬਾਜ਼ੀ ਜਿਹੜੀ ਆ ਉਹ ਜਾਰੀ ਕਰਦੇ ਆ। ਮਿੰਟੂ ਗੁਰੂਸਰੀਆ ਜੀ, ਜਿਹੜੇ ਆਪਣੇ ਸਾਬਕਾ ਮੁੱਖ ਮੰਤਰੀ ਆ ਪੰਜਾਬ ਦੇ ਚਰਨਜੀਤ ਚੰਨੀ, ਉਹਨਾਂ ਨਾਲ ਰਿਲੇਟਡ ਇੱਕ ਬੜੀ ਇੰਟਰਸਟਿੰਗ ਖਬਰ ਸਾਹਮਣੇ ਆਈ ਹੈ ਜੀ, ਉਹ ਵੀ ਸ਼ੇਅਰ ਕਰੋ ਸਾਡੇ ਲਿਸਨਰਸ ਨਾਲ। ਜੀ, ਉਹ ਵਾਪਸ ਆ ਗਏ ਆ। ਉਹਨਾਂ ਦੇ ਪ੍ਰਧਾਨ ਸੀਗੇ ਰਾਜਾ ਵੜਿੰਗੋ, ਅਕਸਰ ਯਾਦ ਕਰਿਆ ਕਰਦੇ ਸੀਗੇ ਕਿ ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ, ਸਾਨੂੰ ਆ ਕੇ ਮਿਲ ਜਾ। ਤਾਂ ਬਸ ਉਹ ਆ ਗਏ, ਕਹਿੰਦੇ ਆ ਲੈ ਚੱਕ ਮੈਂ ਆ ਗਿਆ। ਬਹੁਤ ਸ਼ਿੱਦਤ ਦੇ ਨਾਲ ਉਡੀਕ ਕਰੀ ਜਾ ਰਹੀ ਸੀਗੀ ਨਾ। ਜਿਹੜੇ ਹੈਗੇ ਨੇ ਮਜੀਠੀਆ ਸਾਹਿਬ, ਉਹ ਕਹਿੰਦੇ ਕਿ ਛੱਲਾ ਮੁੜ ਕੇ ਨਹੀਂ ਆਇਆ, ਮੇਰੇ ਕੋਲ ਇੱਕ ਵੀਡੀਓ ਆ। ਤਾਂ ਉਹਨਾਂ ਦੀ ਉਡੀਕ ਵੀ ਖਤਮ ਹੋ ਜਾਏਗੀ। ਹੁਣ ਦੇਖੋ ਉਹਨਾਂ ਦੇ ਕੋਲ ਜਿਹੜੀ ਵੀਡੀਓ ਕਦੋਂ ਰਿਲੀਜ਼ ਹੁੰਦੀ ਹੈ। ਇਧਰੋਂ ਮਾਨ ਸਾਹਿਬ ਜਿਹੜੇ CM ਸਾਹਿਬ ਆ, ਉਹ ਵੀ ਕਹਿੰਦੇ ਸਨ ਕਿ ਕੁਝ ਫਾਈਲਾਂ ਫੂਲਾਂ ਜਿਹੜੀਆਂ ਨੇ ਦੇਖਣੀਆਂ ਨੇ, ਅੱਜ ਕੱਲ ਮਿਲਦੇ ਹੀ ਨਹੀਂ ਹੈ। ਤਾਂ ਉਹ ਕਹਿੰਦੇ ਸੀਗੇ ਕਿ ਮੇਰਾ ਫੋਨ 24 ਘੰਟੇ ਓਪਨ ਹੈ, ਜਦੋਂ ਮਰਜ਼ੀ ਕਾਲ ਕਰ ਲਓ। ਤਾਂ ਖੈਰ ਇਹਨਾਂ ਤੇ ਕਈ ਕਿਸਮ ਦੇ ਕਿਸੇ, ਕਈ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ, ਸਾਰਾ ਕੁਝ ਨਾਲ ਹੀ ਚੱਲਦਾ ਹੈ। ਕੋਈ ਰੌਣਕ ਦੇ ਪੱਖ ਤੋਂ ਕਹਿੰਦਾ ਕਿ ਚਰਨਜੀਤ ਸਿੰਘ ਚੰਨੀ ਤੋਂ ਬਿਨਾਂ ਤਾਂ ਸਿਆਸਤ ਜਿਹੜੀ ਹੈ ਨਾ ਉਹ ਸੁੰਨੀ ਜਿਹੀ ਹੋਈ ਪਈ ਆ। ਤੇ ਜਦੋਂ ਆਉਣਗੇ ਤਾਂ ਸ਼ੈਬਰਾਂ ਲੱਗ ਜਾਣਗੀਆਂ, ਐ ਪੂਰੇ ਰੰਗ ਭਾਗ ਲੱਗ ਜਾਣਗੇ। ਚੰਨੀ ਸਾਹਿਬ ਆ ਗਏ। ਤਸਵੀਰ ਉਹਨਾਂ ਦੀ ਜਿਹੜੀ ਪਹਿਲੀ ਹੈ ਉਹ ਪ੍ਰਿਯੰਕਾ ਗਾਂਧੀ ਦੇ ਨਾਲ ਨਸ਼ਰ ਹੋਈ ਆ। ਜਿਵੇਂ ਕਹਿ ਰਹੇ ਹੋਣ
ਕਿ ਭਾਈ ਮੈਂ ਹਾਲੇ ਮੈਦਾਨ 'ਚ ਹੀ ਹਾਂ, ਹਾਲੇ ਤਾਂ ਪੂਰਾ ਕਾਇਮ ਆ। ਤਾਂ ਸਾਰਿਆਂ ਤੋਂ ਪਹਿਲਾਂ ਤਸਵੀਰ ਉਹਨਾਂ ਨੇ ਪ੍ਰਿਯੰਕਾ ਗਾਂਧੀ ਨਾਲ ਮਿਲ ਕੇ ਉਹ ਵਾਇਰਲ ਕੀਤੀ ਆ। ਤਾਂ ਹੁਣ ਦੇਖੋ ਭਾਰਤ ਜੋੜੋ ਯਾਤਰਾ ਪੰਜਾਬ 'ਚ ਆਉਣ ਵਾਲੀ ਆ। ਜੇ ਚਰਨਜੀਤ ਸਿੰਘ ਚੰਨੀ ਇਸ ਯਾਤਰਾ 'ਚ ਨਹੀਂ ਆਉਂਦੇ ਤਾਂ ਸ਼ਾਇਦ ਮੇਰੇ ਖਿਆਲ ਦੇ ਨਾਲ ਤਾਂ ਫਿਰ ਥੋੜਾ ਜਿਹਾ ਇਹਨਾਂ ਦਾ ਜਿਹੜਾ ਮੈਸੇਜ ਸੀ ਉਹ ਗਲਤ ਜਾਣਾ ਸੀਗਾ। ਤੇ ਆ ਗਏ ਨੇ ਤਾਂ ਭਾਰਤ ਜੋੜੋ ਯਾਤਰਾ ਜਦੋਂ ਪੰਜਾਬ 'ਚ ਆਏਗੀ ਕੀ ਇਹ ਸਵਾਗਤ ਕਰਤਾਵਾਂ 'ਚੋਂ ਮੁੱਖ ਹੋਣਗੇ। ਉਧਰੋਂ ਮਨਪ੍ਰੀਤ ਸਿੰਘ ਬਾਦਲ ਵੀ ਵਿਦੇਸ਼ ਯਾਤਰਾ ਤੇ ਸਨ, ਉਹ ਵੀ ਪਹੁੰਚ ਚੁੱਕੇ, ਉਹਨਾਂ ਨੇ ਵੀ ਸਿੱਧੂ ਨਾਲ ਮੁਲਾਕਾਤ ਕਰ ਲਈ ਆ। ਤਾਂ ਮਤਲਬ ਕਿ ਖਾਸਾ ਕੁਛ ਹੈ ਜਿਹੜਾ ਉਹ ਹੋ ਰਿਹਾ ਹੈ। ਲੋਕ ਤੇ ਮਜ਼ਾਕ ਕਰਨੋਂ ਨਹੀਂ ਹਟਦੇ ਚੰਨੀ ਸਾਹਿਬ ਨੂੰ, ਕਹਿੰਦੇ ਕਿ ਚੰਨੀ ਸਾਹਿਬ ਨੇ ਸ਼ੁਕਰ ਕਰੋ ਇਹ ਨਹੀਂ ਕਹਿ ਦੇਣਾ ਕਿ ਰਾਹੁਲ ਸਾਹਿਬ ਥੋੜਾ ਇੰਤਜ਼ਾਰ ਕਰ ਲੈਂਦੇ ਤੇ ਮੈਂ ਤਾਂ ਇਹੋ ਜਿਹੀਆਂ ਯਾਤਰਾਵਾਂ ਕਰਦਾ ਹੀ ਰਹਿਣਾ। ਉਹ ਜਿਹੜਾ ਕਿਆ ਗੱਲ ਕਰਤੀ ਯਾਰ, ਮੈਂ ਤਾਂ ਕੰਮ ਕਰਦਾ। ਤਾਂ ਉਹ ਲੋਕ ਉਹ ਵੀ ਮੀਮਸ ਮਜ਼ਾਕ ਬਣਾ ਰਹੇ ਨੇ ਕਿ ਇਹਨਾਂ ਨੇ ਤਾਂ ਕਹਿ ਦੇਣਾ ਸੀ ਕਿ ਮੈਂ ਤਾਂ ਪੂਰੀ ਦੁਨੀਆ ਦੀ ਯਾਤਰਾ ਕਰ ਚੁੱਕਾ ਵਾਂ। ਤਾਂ ਖੈਰ ਦੇਖੋ ਜਿਹੜਾ ਕੰਮ ਇਸ ਵੇਲੇ ਕਾਂਗਰਸ ਦੇ ਵਿੱਚ ਭਾਜੜ ਜਿਹੜੀ ਪਈ ਹੋਈ ਆ ਉਹ ਇਹੋ ਆ ਕਿ ਭਾਰਤ ਜੋੜੋ ਯਾਤਰਾ ਨੂੰ ਪੰਜਾਬ 'ਚੋਂ ਰਿਸਪੌਂਸ ਕਿਸ ਤਰ੍ਹਾਂ ਵਧੀਆ ਦਬਾਇਆ ਜਾਵੇ, ਕਿਸ ਤਰੀਕੇ ਦੇ ਨਾਲ ਇੱਥੇ ਕੰਮ ਜਿਹੜਾ ਉਹ ਐਨ ਸਿਰੇ ਲਾਇਆ ਜਾਵੇ। ਤਾਂ ਇਹ ਹੁਣ ਸਭ ਤੋਂ ਪਹਿਲੀ ਮੰਗ ਤੇ ਇਹੋ ਹੀ ਆ ਨਾ ਸਮੇਂ ਦੀ ਕਿ ਇਕੱਠੇ ਹੋਇਆ ਜਾਵੇ। ਆ ਗਏ ਨੇ ਅਲੱਗ-ਅਲੱਗ ਕੋਨਿਆਂ ਤੋਂ ਆ ਗਏ ਨੇ, ਪਰ ਰੌਲਾ ਇਹ ਆ ਕਿ ਮਨਪ੍ਰੀਤ ਬਾਦਲ ਦੀ ਰਾਜਾ ਵੜਿੰਗ ਨਾਲ ਨਹੀਂ ਬਣਦੀ, ਚਰਨਜੀਤ ਸਿੰਘ ਚੰਨੀ ਦੀ ਪਾਰਟੀ ਤੇ ਹੋਰ ਲੀਡਰਾਂ ਨਾਲ ਨਹੀਂ ਬਣਦੀ। ਇਹਨਾਂ ਦਾ ਜਿਹੜਾ ਆਪਸ ਦਾ ਕਾਂਟੋ ਕਲੇਸ਼ ਆ ਕੀ ਇਹ ਨਿਬੜ ਜਾਏਗਾ? ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਕਹਿੰਦੇ ਕਿ ਕਾਂਗਰਸ ਜੋੜੋ ਯਾਤਰਾ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਕਿ ਜੁੜ ਜਾਣ, ਫਿਰ ਉਸ ਤੋਂ ਬਾਅਦ ਕਾਮਯਾਬੀ ਵੱਲ ਵੱਧ ਸਕਦੇ ਆ। ਪਰ ਚਰਨਜੀਤ ਸਿੰਘ ਚੰਨੀ ਆ ਗਏ ਆ, ਸਵੇਰੇ ਸਵੇਰੇ ਸਾਜਰੇ ਤੇ ਅੱਛੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ। ਬਾਅਦ ਦੇ ਵਿੱਚ ਚੈਨਲਾਂ ਤੋਂ ਖਬਰ ਉੱਡਦੀ ਗਈ। ਮੈਂ ਕਿਹਾ ਵੇਖੋ ਸਮੇਂ ਦੀ ਗੱਲ ਹੁੰਦੀ ਆ, ਸਮਾਂ ਬੜਾ ਸਮਰੱਥ ਹੁੰਦਾ। ਕੋਈ ਸਮਾਂ ਸੀ ਜਦੋਂ ਚੰਨੀ ਸਾਹਿਬ ਵੀ ਚੈਨਲਾਂ ਤੇ ਹੋਈ ਜਾਂਦੀ ਸੀ, ਕਿਉਂਕਿ ਅੱਜ ਕੱਲ ਉਹ ਤੁਹਾਨੂੰ ਪਤਾ ਹੀ ਆ ਕਿ ਹੁਣ ਜਿਵੇਂ ਕਹਿੰਦੇ ਹੁੰਦੇ ਨਾ ਕਿ ਜਿਹਦੀ ਖਾਓ ਬਾਜਰੀ ਉਹਦੀ ਭਰੋ ਹਾਜ਼ਰੀ। ਹੁਣ ਬਾਜਰੀ ਮੁੱਕੀ ਵੀ ਹੈ ਤਾਂ ਬਸ 2 ਮਿੰਟ ਖਬਰ ਚੱਲੀ, ਚੰਨੀ ਸਾਹਿਬ ਗਾਇਬ ਹੋ ਗਏ ਬਸ ਚੈਨਲਾਂ ਤੋਂ। ਮਿੰਟੂ ਜੀ ਇੱਕ ਆ ਬੜੀ ਇੰਟਰਸਟਿੰਗ ਖਬਰ ਹੈਗੀ ਆ ਵੀ ਟਿਕਟਾਂ ਵੀਅਤਨਾਮ ਦੀਆਂ ਕਟਾਈਆਂ ਤੇ ਚੜ ਗਏ ਟੋਰਾਂਟੋ ਵਾਲੇ ਜਹਾਜ਼ ਤੇ। ਇਹ ਕੌਣ ਸੀਗੇ ਜੀ? ਇਹ 4 ਜਣੇ ਸੀ ਇੱਕ ਨਾਦਾ, ਇਹ 4 ਜਣੇ ਨੇ। ਤੇ ਦੇਖੋ ਇਹ ਤਾਂ ਪੂਰੀ ਕਮਾਲ ਦੀ ਖਬਰ ਆ। ਤੇ ਦੇਖੋ ਇਹ ਕੋਈ ਗਲਤਫਹਿਮੀ ਨਹੀਂ ਹੋਗੀ ਕਿ ਇਹ ਥੋੜੀ ਆ ਕਿ ਹੁਣ ਮੇਰੇ ਵਰਗਾ ਕੋਈ ਘੱਟ ਪੜਿਆ ਲਿਖਿਆ ਜਾਂ ਅਨਪੜ੍ਹਿਆ ਜਿਹੜਾ ਉਹ ਰੋਡਵੇਜ਼ ਦੀ ਦੂਜੀ ਬੱਸ 'ਚ ਬਹਿ ਗਿਆ, ਕਿੰਨੇ ਨਹੀਂ ਮੈਨੂੰ ਤਾਂ ਪਤਾ ਨਹੀਂ ਲੱਗਿਆ, ਰੰਗ ਇੱਕੋ ਜਿਹਾ ਸੀਗਾ। ਤਾਂ ਇੱਥੇ ਹੁਣ ਮਾਮਲਾ ਇਹ ਸੀਗਾ ਕਿ ਟੋਰਾਂਟੋ ਵਾਲੇ ਜਹਾਜ਼ ਤੇ ਕਿੱਦਾਂ ਚੜ ਗਏ। ਤਾਂ ਦੇਖੋ ਮਾਮਲਾ ਜਿਹੜਾ ਨਿਕਲਿਆ ਉਹ ਇਹ ਨਿਕਲਿਆ ਕਿ ਇਹਨਾਂ ਨੇ ਸਾਈਗਨ ਜਾਣ ਵਾਲੀ ਜਿਹੜੀ ਯਾਨੀ ਵੀਅਤਨਾਮ ਜਾਣ ਵਾਲੀ ਜਿਹੜੀ ਫਲਾਈਟ ਸੀਗੀ VJ 896 ਉਹਦੇ ਉੱਤੇ ਸਵਾਰ ਹੋਣ ਦੀ ਬਜਾਏ ਟੋਰਾਂਟੋ ਜਾਣ ਵਾਲੀ ਜਿਹੜੀ 에ਅਰ ਕੈਨੇਡਾ ਦੀ ਫਲਾਈਟ ਸੀ AC043 ਉਹਦੇ ਤੇ ਇਹਨਾਂ ਨੇ ਆਖਿਆ ਕਿ ਚਲੋ ਆਪਾਂ ਇਹਦੇ ਤੇ ਥੋੜੀ ਜਿਹੀ ਰਾਈਡ ਕਰਦੇ ਆ। ਤਾਂ ਇਹ ਉਧਰ ਨੂੰ ਚੜ ਗਏ ਆ। ਤਾਂ ਹਜੇ ਮਤਲਬ ਕਿ ਜਹਾਜ਼ ਉੱਡਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਇਹ। ਤਾਂ ਬੋਰਡਿੰਗ ਦੇ ਸਮੇਂ ਜੋ ਉਹਨਾਂ ਦੇ ਕੋਲ ਬੋਰਡਿੰਗ ਪਾਸ ਸੀਗਾ, ਦੱਸਦੇ ਕਿ ਉਹਦੇ ਵਿੱਚ ਇਹਨਾਂ ਦਾ ਨਾਮ ਰਾਜਸ਼ੇਖਰ, ਦਿਸ਼ਾ, ਰੋਸ਼ਨੀ ਤੇ ਪੂਜਾ, ਮਤਲਬ ਇੱਕ ਬੰਦਾ 3 ਬੰਦੀਆਂ, ਕਿਉਂਕਿ ਸਾਰੇ ਬੋਰਡਿੰਗ ਪਾਸ ਤੇ ਇਮੀਗ੍ਰੇਸ਼ਨ ਦੀ ਰਵਾਨਗੀ ਦੀ ਮੋਹਰ ਲੱਗੀ ਹੋਈ ਸੀ। ਇਸ ਲਈ 에ਅਰਲਾਈਨਾਂ ਦੀ ਸੁਰੱਖਿਆ ਨੂੰ ਸ਼ੱਕੀ ਹੋਣ ਦੇ ਕਾਰਨ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਉਹ ਥੋੜਾ ਜ਼ਿਆਦਾ ਨਹੀਂ ਦੇਖਦੇ, ਬਸ ਉਹ ਟੱਪੀ ਗਏ। ਤਾਂ ਹੁਣ ਜਦੋਂ ਸਾਰਾ ਕੁਝ ਚੱਲ ਰਿਹਾ ਸੀਗਾ ਤੇ ਇਹ ਮਾਮਲਾ ਜਿਹੜਾ ਅੱਗੇ ਤੁਰਿਆ ਗਿਆ ਫਲਾਈਟ ਦੇ ਟੇਕ ਆਫ ਤੋਂ ਠੀਕ ਪਹਿਲਾਂ ਜਦੋਂ ਦੇਖਿਆ ਗਿਆ ਜਿਹੜੀ ਲਾਸਟ ਇਨਫੋਰਮੇਸ਼ਨ ਭੇਜਦੇ ਯਾਤਰੀਆਂ ਦੀ, ਤਾਂ ਜਦੋਂ ਡਾਟਾਬੇਸ ਦੇ ਨਾਲ ਮਿਲਾਇਆ ਗਿਆ ਉਹ ਕਹਿੰਦੇ ਕਿ ਨਹੀਂ ਕੁਝ ਤਾਂ ਗੜਬੜ ਹੈ। ਫਿਰ ਜਦੋਂ ਆ ਕੇ ਉਹਨਾਂ ਨੇ ਸਾਰਿਆਂ ਨੂੰ ਦੇਖਿਆ ਕੀਤਾ ਤਾਂ ਦੱਸਦੇ ਆ ਕਿ 4 ਜਿਹੜੇ ਆ ਉਹ ਨਿਕਲ ਆਏ। ਤਾਂ ਉਹਨਾਂ ਨੇ ਬਾਅਦ ਦੇ ਵਿੱਚ ਮੰਨਿਆ ਵੀ ਹੈ। ਦੇਖੋ ਇੱਕ ਤਾਂ ਚੀਜ਼ ਹੁੰਦੀ ਹੈ ਨਾ ਕਿ ਗਲਤਫਹਿਮੀ ਜਾਂ ਕੁਛ ਵੀ ਹੈ, ਕਿਉਂਕਿ ਇੱਕ ਨਾਲ ਤੇ 4 ਜਣੇ ਸੀਗੇ। ਤਾਂ ਉਹਨਾਂ ਨੇ ਬਾਅਦ ਦੇ ਵਿੱਚ ਮੰਨਿਆ ਕਿ ਇਹਨਾਂ ਦਾ ਅਸਲ ਮਕਸਦ ਟੋਰਾਂਟੋ ਹੋਣਾ ਸੀਗਾ। ਵੀਅਤਨਾਮ ਦੀ ਟਿਕਟ ਤੇ ਵੀਜ਼ਾ ਸਿਰਫ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧੋਖਾ ਦੇਣ ਲਈ ਸੀਗਾ। ਠੀਕ ਹੈ ਜੀ। ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ 4 에ਅਰ ਕੈਨੇਡਾ 에ਅਰਲਾਈਨਸ ਦੇ ਕਾਊਂਟਰ ਤੇ ਗਏ, ਜਿੱਥੋਂ ਉਹਨਾਂ ਨੇ ਟੋਰਾਂਟੋ ਜਾਣ ਵਾਲੀ ਫਲਾਈਟ ਦੇ ਵਾਸਤੇ ਬੋਰਡਿੰਗ ਪਾਸ ਲੈ। ਫਿਰ 4 ਵੀਅਤਨਾਮ ਜਾਣ ਵਾਲੇ ਜਿਹੜਾ ਜੈਟ 에ਅਰਲਾਈਨਸ ਦੇ ਕਾਊਂਟਰ ਤੇ ਗਏ, ਉੱਥੇ ਸਾਈਗਨ ਜਾਣ ਵਾਲੀ ਫਲਾਈਟ ਦੇ ਇਹਨਾਂ ਨੇ ਬੋਰਡਿੰਗ ਪਾਸ ਪ੍ਰਾਪਤ ਕੀਤੇ। ਇਸ ਤਰ੍ਹਾਂ ਜਿਹੜੇ ਇਹ ਬੋਰਡਿੰਗ ਪਾਸ ਸੀਗੇ ਫਿਰ ਇਹਨਾਂ ਨੇ ਵੀਜ਼ੇ ਰਾਹੀਂ ਇਮੀਗ੍ਰੇਸ਼ਨ ਦੀ ਜਾਂਚ ਪੂਰੀ ਜਿਹੜੀ ਸਾਰੀ ਕਰਵਾ ਕੇ ਤੇ ਬੋਰਡਿੰਗ ਗੇਟ ਤੇ ਪਹੁੰਚ ਕੇ ਇਹ ਜਿਹੜੇ ਸਾਈਗਨ ਵਾਲੇ ਬੋਰਡਿੰਗ ਪਾਸ ਸੀਗੇ ਇਹਨਾਂ ਨੂੰ ਪਾੜ ਕੇ ਟਾਇਲਟ ਦੇ ਵਿੱਚ ਫਲਸ਼ ਕਰ ਦਿੱਤਾ ਤੇ ਟੋਰਾਂਟੋ ਵਾਲਾ ਜਿਹੜਾ ਸੀਗਾ ਉਹ ਵਰਤ ਲਿਆ। ਇਸ ਤਰ੍ਹਾਂ ਮਤਲਬ ਕਿ ਨਿਕਲਦੇ ਗਏ। ਹੁਣ ਅੰਦਰ ਪਤਾ ਨਹੀਂ ਕਿਸ ਤਰ੍ਹਾਂ ਦੀ ਕੋਤਾਹੀ ਹੋਈ ਹੈ, ਉਕਾਈ ਹੋਈ ਆ, ਪਰ ਇਸ ਵੇਲੇ ਇਸ ਖਬਰ ਨੇ ਪੂਰੀ
ਤਰਥੱਲੀ ਮਚਾਈ ਹੋਈ ਇੰਡੀਆ ਦੇ ਵਿੱਚ। ਕਿ ਕਮਾਲ ਦੀ ਗੱਲ ਆ ਕਿ ਸਾਡੇ ਇਹੋ ਜਿਹੇ ਬੰਦੇ ਵੀ ਗਾੜੀ ਅੱਗੇ ਡੌਂਕੀਆਂ ਡਾਂਕੀਆਂ ਤੇ ਸੁਣਦੇ ਆਏ ਸੀਗੇ, ਇਹਨਾਂ ਨੇ ਤਾਂ ਸਿੱਧਾ ਜਹਾਜ਼ ਦੇ ਨਾਲ ਹੀ ਹੁਣ ਕੰਮ ਇਦਾਂ ਦਾ ਕਰਨਾ ਸ਼ੁਰੂ ਕਰ ਦਿੱਤਾ ਇੰਡੀਆ ਵਾਲਿਆਂ ਨੇ। ਮਿੰਟੂ ਜੀ, ਜੇਲ੍ਹਾਂ ਵਿੱਚ ਹੁਣ ਫੁੱਲ ਬਾਡੀ ਸਕੈਨਰ ਸਿਸਟਮ ਲੱਗਣਾ ਜੀ? ਹਾਂਜੀ, ਦੇਖੋ ਜੇਲ੍ਹਾਂ ਦੇ ਵਿੱਚ ਉਹਦਾ ਰੌਣਕ ਮੇਲਾ ਚੰਗਾ ਲੱਗਾ ਹੋਇਆ ਨਾ, ਤਾਂ ਹੁਣ ਇਸ ਕਰਕੇ ਕਹਿੰਦੇ ਕਿ ਇਹਨੂੰ ਥੋੜਾ ਘਟਾਈਏ, ਕਿਉਂਕਿ ਸਾਡੀਆਂ ਜੇਲ੍ਹਾਂ ਇਸ ਤਰ੍ਹਾਂ ਦੀਆਂ ਜੇਲ੍ਹਾਂ ਨੇ ਕਿ ਜੇਲ੍ਹਾਂ ਦੇ ਵਿੱਚੋਂ ਵੀ ਫੋਨ ਆਉਂਦੇ ਆ ਫਰੌਤੀ ਵਾਸਤੇ, ਬਾਹਰੋਂ ਤੋਂ ਆਉਂਦੇ ਆ। ਤਾਂ ਇਹ ਸਿਆਪਾ ਪਿਆ ਹੋਇਆ। ਸੋ ਇਸ ਕਰਕੇ ਹੁਣ ਇਹਨਾਂ ਨੇ ਇੱਕ ਨਵੀਂ ਯੋਜਨਾ ਲਿਆਂਦੀ ਹੈ, ਨਵੀਂ ਸਕੀਮ ਲਿਆਂਦੀ ਹੈ ਕਿ ਕਿਉਂ ਨਾ ਇਸ ਤਰ੍ਹਾਂ ਦੀਆਂ ਮਸ਼ੀਨਾਂ ਲਾ ਦਿੱਤੀਆਂ ਜਾਣ ਕਿ ਪੂਰੇ ਫੁੱਲ ਬਾਡੀ ਦੇ ਸਕੈਨ ਹੋ ਜਾਣ, ਐਕਸ-ਰੇ ਬੇਸਡ ਸਾਰਾ ਕੁਝ ਜਿਹੜਾ ਉਹ ਇਸ ਤਰ੍ਹਾਂ ਹੋਵੇ ਕਿ ਕੋਈ ਵੀ ਚੀਜ਼ ਜੇਕਰ ਕੋਈ ਲਿਜਾਣ ਦਾ ਯਤਨ ਕਰਦਾ ਤਾਂ ਮੌਕੇ ਤੇ ਹੀ ਫੜਿਆ ਜਾਵੇ। ਹੁੰਦਾ ਕੀ ਆ ਕਿ ਸਾਡੇ ਉਰੇ ਮਤਲਬ ਕਿ ਕੈਦੀ ਜਿਹੜੇ ਆ ਉਹ ਜ਼ਿਆਦਾਤਰ ਲਿਆਂਦੇ ਜਾਂਦੇ ਆ ਖਾਸ ਤੌਰ ਤੇ ਸਰੀਰਕ ਪੇਸ਼ੀ ਵਾਸਤੇ, ਜਦੋਂ ਤਾਂ ਉਹ ਬਾਹਰੋਂ ਚੀਜ਼ਾਂ ਲੈ ਜਾਂਦੇ ਨੇ ਔਰ ਐਸੇ ਟਿਕਾਣਿਆਂ 'ਚ ਪਾ ਕੇ ਲੈ ਜਾਂਦੇ ਨੇ ਕਿ ਬੰਦਾ ਲੱਭ ਹੀ ਨਹੀਂ ਸਕਦਾ। ਤਾਂ ਹੁਣ ਥੋੜੀ ਸਖਤ ਆਈ ਆ। ਫਿਰ ਦੂਸਰੇ ਨੰਬਰ ਤੇ ਇਹ ਆ ਕਿ ਜੋ ਕੁਝ ਸੁਰੱਖਿਆ ਦਸਤੇ ਦੇ ਵਿੱਚ ਲੱਗੇ ਹੁੰਦੇ ਆ ਉਹ ਵੀ ਸੁੱਖ ਦੇ ਨਾਲ ਚੰਨ ਚਾੜ ਜਾਂਦੇ ਆ। ਕਈਆਂ ਦਾ ਤਾਂ ਨਾ ਹੀ ਉਹਨਾਂ ਨੇ ਮਾਲ ਗੱਡੀ ਰੱਖਿਆ ਹੁੰਦਾ ਕਿ ਮਾਲ ਗੱਡੀ ਵਾਂਗੂ ਮਾਲ ਲੈ ਕੇ ਲੱਦੀ ਆਉਂਦੇ ਆ ਉਹ। ਤਾਂ ਇਹ ਇੱਕ ਵਿਪਤਾ ਸੀ ਕਿ ਇਸੇ ਕਰਕੇ ਹੁਣ ਇਹਨਾਂ ਨੇ ਪੰਜਾਬ ਦੇ ਵਿੱਚ ਇਹ ਕੰਮ ਸ਼ੁਰੂ ਕਰਨ ਦਾ ਤਹਈਆ ਕੀਤਾ ਹੈ, ਤਰੱਦਦ ਕੀਤਾ ਹੈ ਕਿ ਅਸੀਂ 6 ਮਹੀਨਿਆਂ ਦੇ ਅੰਦਰ ਅੰਦਰ ਕਿਸੇ ਪ੍ਰਾਈਵੇਟ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਆ ਕਿ 6 ਮਹੀਨਿਆਂ ਦੇ ਅੰਦਰ ਅੰਦਰ ਇਹ ਫੁੱਲ ਬਾਡੀ ਐਕਸ-ਰੇ ਬੇਸਡ ਸਕੈਨਰ ਦਾ ਸਾਰਾ ਪ੍ਰਬੰਧ ਕਰ ਦੇਵਾਂਗੇ। ਅੱਛੀ ਗੱਲ ਆ, ਪਰ ਇੱਕ ਵਿਪਤਾ ਹੋ ਰਿਹਾ ਇੱਥੇ ਤਾਂ ਉਹ ਜਿਵੇਂ ਕਹਿੰਦੇ ਨੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਛਕ ਦੂਜੀ ਤਿਆਰ। ਇੱਥੇ ਪੰਗਾ ਇੱਕ ਹੋਰ ਹੁੰਦਾ ਕਿ ਹੁਣ ਦੇਖੋ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ, ਹੁਣ ਤਾਂ ਚਲੋ ਜੈਮਰ ਵੀ ਲੱਗ ਜਾਣੇ ਆ ਆਉਣ ਵਾਲੇ ਸਮੇਂ ਦੇ ਵਿੱਚ, ਇਸ ਤਰ੍ਹਾਂ ਦੀਆਂ ਮਸ਼ੀਨਾਂ ਵੀ ਲੱਗ ਜਾਣਗੀਆਂ। ਪਰ ਇੱਕ ਇੱਥੇ ਹੋਰ ਵਿਪਤਾ ਹੈ ਕਿ ਇੱਥੇ ਹੁਣ ਥਰੋ ਗੈਂਗ ਨੇ। ਥਰੋ ਗੈਂਗ ਤੋਂ ਭਾਵ ਕੀ ਹੈ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਕ੍ਰਿਕਟ ਦੇ ਵਿੱਚ ਥਰੋ ਕੀਤੀ ਜਾਂਦੀ ਹੈ, ਕੋਈ ਚੀਜ਼ ਸੁੱਟੀ ਜਾਂਦੀ ਹੈ, ਉਸੇ ਤਰ੍ਹਾਂ ਕੀ ਹੈ ਕਿ ਕੁਝ ਇਸ ਤਰ੍ਹਾਂ ਦੇ ਗੈਂਗ ਬਣ ਗਏ ਨੇ ਜਿਹੜੇ ਕਿ ਪੈਸੇ ਲੈ ਕੇ ਗੈਂਗ ਦੇ ਤੌਰ ਤੇ ਕੰਮ ਕਰਦਿਆਂ ਉਹ ਇੱਥੋਂ ਤੱਕ ਚਲੇ ਜਾਂਦੇ ਸੈਟਿੰਗ ਕਰਕੇ ਕਿ ਕੰਧ ਦੇ ਉੱਤੋਂ ਦੀ ਥਰੋ ਕਰਕੇ ਸਮਾਨ ਬਚਾ ਦਿੰਦੇ ਨੇ। ਤਾਂ ਉਹਨਾਂ ਚੀਜ਼ਾਂ ਵਾਸਤੇ ਵੀ ਕੁਝ ਨਾ ਕੁਝ ਸੋਚਣਾ ਪਵੇਗਾ। ਪਰ ਸਭ ਤੋਂ ਵੱਡਾ ਸਵਾਲ ਤੇ ਇਹਨਾਂ ਵਾਸਤੇ ਇਹੋ ਹੈ ਕਿ 1 ਸਾਲ ਦੇ ਵਿੱਚ ਤੁਸੀਂ ਜੇ ਦੇਖੋਗੇ, 1 ਸਾਲ ਪੂਰਾ ਨਹੀਂ ਹੋਇਆ, ਕੁਝ ਦਿਨ ਬਕਾਇਆ ਨੇ, ਹਿਸਾਬ ਲਾ ਲਓ ਕਿ 4220 ਮੋਬਾਈਲ ਫੜੇ ਗਏ ਨੇ ਹੁਣ ਤੱਕ। ਜਿੰਨਾ ਕੋ ਮੋਟਾ ਅੰਦਾਜ਼ਾ 4220 ਮੋਬਾਈਲ, ਮਤਲਬ ਇਹ ਕਿ ਉਹ ਫੜੇ ਗਏ ਮੋਬਾਈਲ ਨੇ। ਜਿਹੜੇ ਮੋਬਾਈਲ ਫੜੇ ਨਹੀਂ ਗਏ ਉਹਨਾਂ ਨੂੰ ਜੇ ਤੁਸੀਂ ਗਿਣ ਲਓਗੇ ਤਾਂ ਮੇਰੇ ਖਿਆਲ ਦੇ ਨਾਲ 30,000 ਕੈਦੀ ਆ ਸਾਡਾ, 27,000 ਕੈਦੀ ਆ, 26 ਸਾਡੀਆਂ ਜੇਲ੍ਹਾਂ ਨੇ। ਤਾਂ ਲੱਗਦਾ ਇਹੋ ਕਿ ਇੱਕ ਕੈਦੀ ਕੋਲ ਤੇ ਹੁਣੇ 2 ਮੋਬਾਈਲ। ਤੇ ਇਹ ਸਾਰਾ ਕੁਝ ਜਿਹੜਾ ਉਹ ਇਸੇ ਤਰ੍ਹਾਂ ਹੀ ਜਾਂਦਾ। ਤੇ ਇਹਨਾਂ ਦੀ ਰੋਕਥਾਮ ਵਾਸਤੇ ਇਹ ਯਤਨ ਤਾਂ ਕਰ ਰਹੇ ਆ, ਪਰ ਮੈਂ ਜਿਵੇਂ ਕਿਹਾ ਕਿ ਬਹੁਤ ਕੁਝ ਕਰਨ ਵਾਲਾ ਹੈ ਕਿਉਂਕਿ ਹੁਣ ਉਤੋਂ ਥਰੋ ਗੈਂਗ ਦਾ ਜਿਹੜਾ ਕੰਮ ਉਹ ਵੀ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੋ ਰਿਹਾ। ਅੱਛਾ ਮਿੰਟੂ ਜੀ, ਇਹਦੇ ਬਾਰੇ ਵੀ ਦੱਸਿਓ, ਜਿਹੜੇ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਬੇਟੇ ਨੇ ਉਹਨਾਂ ਨੇ ਤਰਸ ਦੇ ਆਧਾਰ ਤੇ ਮਿਲੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਜੀ। ਦੇਖੋ ਇਹਨਾਂ ਦੇ ਸਵਾਲ ਉੱਠਦੇ ਸੀ। ਇੱਕ ਤੇ ਇਹ ਆ ਕਿ ਉੱਥੇ ਇਨਸਾਫ ਮੋਰਚਾ ਚੱਲ ਰਿਹਾ, ਇਨਸਾਫ ਮੋਰਚਾ ਚੱਲ ਰਿਹਾ ਤਾਂ ਉਹਦੇ ਵਿੱਚ ਕੀ ਹੈ ਕਿ ਕੁਝ ਫੈਸਲੇ ਇਹਨਾਂ ਨੂੰ ਹੁਣ ਠੋਸ ਰੂਪ 'ਚ ਲੈਣੇ ਪੈਣਗੇ। ਪਹਿਲਾਂ ਟਾਈਮ ਲਈ ਗਏ। ਤਾਂ ਇੱਧਰ ਦੂਸਰੇ ਪਾਸੇ ਚਲੋ ਇਹ ਤਾਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਕਿਉਂਕਿ ਪੋਲੀਟੀਸ਼ੀਅਨ ਇਸੇ ਤਰ੍ਹਾਂ ਹੀ ਕਰਦੇ ਆ ਕਿ ਸਾਨੂੰ ਮਹੀਨਾ ਦੇ ਦਿਓ, 2 ਮਹੀਨੇ ਦੇ ਦਿਓ। ਹੁਣ 7 ਜਨਵਰੀ ਤੱਕ ਆ ਕਿਉਂਕਿ ਇਹਨਾਂ ਨੇ ਜਿਹੜਾ ਬਠਿੰਡਾ ਅੰਮ੍ਰਿਤਸਰ ਹਾਈਵੇ ਸੀਗਾ ਉਹ ਜਾਮ ਕਰ ਦਿੱਤਾ ਸੀਗਾ ਜਦੋਂ ਲਾਸਟ ਵਾਰੀ ਕੁਲਤਾਰ ਸਿੰਘ ਸੰਧਵਾ ਉੱਥੇ ਸਮਾਂ ਦੇ ਕੇ ਗਏ ਸਨ 1.5 ਮਹੀਨੇ ਦਾ। ਤਾਂ ਹੁਣ ਜਦੋਂ ਇਹਨਾਂ ਨੇ ਜਾਮ ਕਰ ਦਿੱਤਾ ਤਾਂ ਉਸੇ ਦਰਮਿਆਨ ਆਵਾਜਾਈ ਜਿਹੜੀ ਸੀ, ਤੁਹਾਨੂੰ ਪਤਾ ਹੀ ਆ ਕਿ ਜੋ ਸ਼ਹੀਦੀ ਮੇਲਾ ਹੁੰਦਾ, ਜੋੜ ਮੇਲਾ ਹੁੰਦਾ, ਤਾਂ ਉਹਦੇ ਸੰਦਰਭ ਦੇ ਵਿੱਚ ਸ਼ਹਾਦਤ ਦੇ ਦਿਨ ਚੱਲ ਰਹੇ ਨੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ, ਮਹਾਨ ਸ਼ਹਾਦਤ ਜਿਹੜੀ ਹੋਈ ਆ, ਤਾਂ ਉਹਦੇ ਮੁਤਲਕ ਫਿਰ ਕਿਹਾ ਗਿਆ ਕਿ ਆਵਾਜਾਈ ਪ੍ਰਭਾਵਿਤ ਹੋਏਗੀ। ਤਾਂ ਇਹਨਾਂ ਨੇ ਕਹਿ ਲਓ ਕਿ ਸਹਿਮਤੀ ਦੇ ਦਿੱਤੀ ਕਿ ਠੀਕ ਹੈ ਅਸੀਂ 7 ਜਨਵਰੀ ਤੱਕ ਅਸੀਂ ਦੇਖ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਕੋਈ ਵੱਡਾ ਨਿਰਣਾ ਕਰਾਂਗੇ। ਪਰ ਇਸੇ ਦਰਮਿਆਨ ਕਈ ਸਵਾਲ ਉੱਠਦੇ ਸੀਗੇ ਕਿ ਇਹਨਾਂ ਨੂੰ ਜਿਹੜੀ ਜੌਬ ਮਿਲੀ ਹੈ, ਤਰਸ ਆਧਾਰ ਤੇ ਜੌਬ ਮਿਲੀ ਹੈ ਜਾਂ ਕੁਝ ਪੈਸਾ ਧੇਲਾ ਮਿਲਿਆ, ਤਾਂ ਉਹਦੇ ਤੇ ਸੁਖਰਾਜ ਸਿੰਘ ਤੇ ਜਦੋਂ ਸਵਾਲ ਉੱਠਦੇ ਸਨ, ਸੁਖਰਾਜ ਸਿੰਘ ਅਕਸਰ ਜਵਾਬ ਦਿਆ ਕਰਦੇ ਸੀਗੇ ਕਿ ਵੇਖੋ ਜਿਹੜਾ ਪੈਸਾ ਤਾਂ ਅਸੀਂ ਇਨਸਾਫ ਦੀ ਲੜਾਈ ਲਈ ਲਾ ਰਹੇ ਹਾਂ ਨਾ, ਜਿਹੜਾ ਕਿਉਂਕਿ ਤੁਹਾਨੂੰ ਪਤਾ ਨਾ ਕਿ ਉਸ ਸਮੇਂ ਕੁਝ ਮੁਆਵਜ਼ਾ ਮਿਲਿਆ ਸੀਗਾ, ਕਾਂਗਰਸ ਸਰਕਾਰ ਦੇ ਵਿੱਚ ਵੀ ਕੁਝ ਮੁਆਵਜ਼ਾ ਦਿੱਤਾ ਗਿਆ ਸੀਗਾ ਸ਼ਾਇਦ, ਤਾਂ ਉਹ ਜਿਹੜਾ ਮੁਆਵਜ਼ਾ ਮਿਲਿਆ ਤਾਂ ਉਹਦੇ ਤੇ ਵੀ ਕੁਝ ਜਥੇਬੰਦੀਆਂ ਕਹਿ ਲਓ ਜਾਂ ਕੁਝ ਇਹਨਾਂ ਦੇ ਆਪਣੇ ਜਿਹੜੇ ਹੈਗੇ ਸੀਗੇ ਸੰਗੀ ਸਾਥੀ ਉਹ ਸਵਾਲ ਚੁੱਕਦੇ ਸਨ। ਤਾਂ ਇਹਨਾਂ ਨੇ ਇਸੇ ਗੱਲ ਦੇ ਮਾਰੇ ਹੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਛੁਟਕਾਰਾ ਨਹੀਂ ਦੇ ਰਹੀਆਂ, ਤਾਂ ਕਿਤੇ ਨਾ ਕਿਤੇ ਇਹਨਾਂ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜੀ ਉਹ ਤਰਸ ਆਧਾਰ ਤੇ ਨੌਕਰੀ ਮਿਲੀ ਸੀਗੀ
ਉਹਨੂੰ ਇਹਨਾਂ ਨੇ ਠੋਕਰ ਮਾਰੀ ਹੈ ਕਿ ਆ ਚੱਕੋ ਬਈ ਅਸੀਂ ਅਸਤੀਫਾ ਦਿੰਦੇ ਆ। ਤਾਂ ਹੁਣ ਖੁੱਲ ਕੇ ਉਹ ਇਨਸਾਫ ਦੀ ਮੰਗ ਕਰ ਸਕਦੇ ਬਸ ਇਸੇ ਕਰਕੇ, ਕਿਉਂਕਿ ਅੱਗੇ ਜਦੋਂ ਵੀ ਕੋਈ ਗੱਲ ਹੁੰਦੀ ਸੀ ਆਪਣੇ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਮਸਲੇ ਆ ਜਾਂਦੇ, ਪਾਟਕ ਬੜੇ ਪਏ ਹੁੰਦੇ ਨੇ ਆਪਸ ਦੇ ਵਿੱਚ, ਖਿੱਚਾਤਾਨ ਬਹੁਤ ਹੁੰਦੀ ਹੈ। ਤਾਂ ਉਹ ਦੂਜੀ ਕੋਈ ਧਿਰ ਜਿਹੜੀ ਸੀਗੀ ਉੱਠ ਕੇ ਇਹੀ ਗੱਲ ਕਹਿੰਦੀ ਸੀ ਕਿ ਇੱਕ ਪਾਸੇ ਤੁਸੀਂ ਸਰਕਾਰੀ ਨੌਕਰੀ ਲੈ ਰੱਖੀ ਆ, ਮੁਆਵਜ਼ਾ ਤੁਸੀਂ ਲੈ ਲਿਆ, ਤੀਜੇ ਪਾਸੇ ਮੋਰਚਾ ਲਾ ਕੇ ਬੈਠੇ ਹੋ, ਤੇ ਜਦੋਂ ਤੁਸੀਂ ਸਾਰਾ ਕੁਝ ਲੈ ਲਿਆ ਤਾਂ ਹੁਣ ਇਹਦਾ ਕੀ ਤੋਕਾ। ਤਾਂ ਉਹਨਾਂ ਨੇ ਸਾਫ਼ ਤੌਰ ਤੇ ਸੰਕੇਤ ਦਿੱਤਾ ਹੈ ਕਿ ਦੇਖੋ ਸਾਨੂੰ ਨੌਕਰੀ ਪਿਆਰੀ ਨਹੀਂ ਹੈ, ਸਾਨੂੰ ਇਹ ਜੌਬ ਨਹੀਂ ਚਾਹੀਦੀ, ਸਾਨੂੰ ਚਾਹੀਦਾ ਨਿਆਂ। ਤਾਂ ਇੱਕ ਤਰ੍ਹਾਂ ਨਾਲ ਮੋੜਵਾਂ ਜਵਾਬ ਉਹਨਾਂ ਦਾ ਇਹੋ ਹੀ। ਅੱਛਾ ਮਿੰਟੂ ਜੀ, ਪੰਜਾਬ ਦੇ ਜਿਹੜੇ RS ਭੱਟੀ ਆ ਉਹ ਬਿਹਾਰ ਦੇ DGP ਜਨਰਲ ਬਣ ਗਏ ਜੀ? ਹਾਂਜੀ ਬਿਲਕੁਲ, ਇਹਨਾਂ ਨੂੰ DGP ਬਣਾਇਆ ਗਿਆ ਹੈ। ਤਾਂ RS ਭੱਟੀ ਵੈਸੇ ਕਹਿੰਦੇ ਆ ਕਿ ਸਿੰਘਮ ਨੇ, ਰੀਅਲ ਸਿੰਘਮ ਨੇ। ਇਹਨਾਂ ਦਾ ਅਸਲ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਜਾਮਾ ਰਾਏ। ਅੱਛਾ ਜੀ। ਇਹ ਬੇਸਿਕਲੀ ਪੰਜਾਬ ਤੋਂ ਨੇ ਤੇ ਇਹਨਾਂ ਦਾ ਪੂਰਾ ਨਾਮ ਹੈ ਰਾਜਵਿੰਦਰ ਸਿੰਘ ਭੱਟੀ। 1990 ਬੈਚ ਦੇ ਇਹ IPS ਅਧਿਕਾਰੀ ਹੈ, ਬਿਹਾਰ ਕੈਡਰ ਹੈ ਇਹਨਾਂ ਦਾ। ਅਸਲ 'ਚ ਦੇਖੋ ਬੰਦਾ ਕਿੱਧਰ ਨੂੰ ਜਾਂਦਾ, ਕਈ ਵਾਰ ਨਾ ਤੁਸੀਂ ਇੱਕ ਸੀਟ ਤੇ ਜਾਂ ਇੱਕ ਮੰਜ਼ਿਲ ਤੇ ਪਹੁੰਚ ਕੇ ਇਹ ਸੋਚ ਲੈਂਦੇ ਹੋ ਕਿ ਬਸ ਮੈਂ ਇੱਥੇ ਠੀਕ ਹੈ, ਮੈਂ ਪਹੁੰਚ ਗਿਆ, ਪ੍ਰਾਪਤੀ ਹੈ। ਪਰ ਕਿਸਮਤ ਨੇ ਕਹਿ ਲਓ ਜਾਂ ਕਈ ਵਾਰ ਹੁੰਦੇ ਆ ਕਿ ਹਿੰਮਤ ਵੀ ਹੁੰਦੀ ਹੈ, ਕਈ ਵਾਰ ਕਿਸਮਤ ਵੀ ਹੁੰਦੀ ਹੈ ਕਿ ਉੱਥੋਂ ਵੀ ਗਾਂਹ ਲਿਜਾਣਾ ਹੁੰਦਾ। ਅਸਲ ਦੇ ਵਿੱਚ ਮੈਂ ਇਹਨਾਂ ਦੀ ਲਾਈਫ ਬਾਰੇ ਜਦੋਂ ਪੜ੍ਹਿਆ ਨਾ ਬਹੁਤ ਹੈਰਾਨਗੀ ਹੋਈ ਕਿ ਦਰਅਸਲ ਇਹ ਪਹਿਲਾਂ ਚਾਰਟਰਡ ਅਕਾਊਂਟੈਂਟ ਸਨ। ਅੱਛਾ ਜੀ। ਬਣ ਗਏ ਔਰ ਇੱਕ ਤਗੜੀ ਕੰਪਨੀ ਦੇ ਵਿੱਚ ਜੌਬ ਕਰਦੇ ਰਹੇ। ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਜਿਹੜਾ ਪੇਪਰ ਸੀਗਾ IPS ਵਾਲਾ ਜਿਹੜਾ ਉਹ ਦੇ ਕੇ ਤੇ ਫਿਰ ਇੱਧਰੋਂ ਜੁਆਇਨਿੰਗ ਕੀਤੀ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਥੇ ਚਾਰਟਰਡ ਅਕਾਊਂਟੈਂਟ, ਕਿੱਥੇ ਇਹ ਏਡੇ ਵੱਡੇ ਅਫਸਰ ਬਣਦੇ ਆ ਕਿ ਤਗੜੇ ਅਨੰਤ ਸਿੰਘ ਵਰਗੇ ਜਿਹੜੇ ਬਾਹੂਬਲੀ ਆ ਉਹਨਾਂ ਨੂੰ ਬਾਹੋਂ ਮਰੋੜ ਕੇ ਅੰਦਰ ਸੁੱਟਿਆ ਹੋਇਆ ਭੱਟੀ ਸਾਹਿਬ ਨੇ। ਇਸ ਕਰਕੇ ਕਾਫੀ ਵੱਡਾ ਨਾਮ ਹੈ ਇਹਨਾਂ ਦਾ। ਤਾਂ ਇਹਨਾਂ ਦੇ ਨਾਲ ਹੋਰ ਵੀ ਅਫਸਰ ਜਿਹੜੇ ਇਸ ਦੌੜ ਦੇ ਵਿੱਚ ਸੀਗੇ, ਪਰ ਸਾਰਿਆਂ ਨੂੰ ਪਛਾੜ ਕੇ ਰਾਜਵਿੰਦਰ ਸਿੰਘ ਜੀ ਜਿਹੜੇ ਕਿ ਆਪਣੇ ਪੰਜਾਬ ਤੋਂ ਆ, ਭੱਟੀ ਸਾਹਿਬ ਰਾਜਵਿੰਦਰ ਸਿੰਘ ਜੀ ਪਹੁੰਚ ਗਏ ਡਾਇਰੈਕਟਰ ਜਨਰਲ ਪੁਲਿਸ ਬਿਹਾਰ। ਇਹ ਹੁਣ ਬਹੁਤ ਵੱਡਾ ਅਹੁਦਾ ਹੈ ਜੀ। ਕੋਈ DG ਬਣਦਾ ਹੈ ਤਾਂ ਵਾਕਿਆ ਡਾਇਰੈਕਟਰ ਜਨਰਲ ਆਫ ਪੁਲਿਸ ਬਹੁਤ ਵੱਡਾ ਅਹੁਦਾ ਹੈ। ਐਬਸੋਲੂਟਲੀ। ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਜੀ ਦੇਖੋ, ਖੁਸ਼ਨੁਮਾ ਖਬਰ ਜਿਹੜੀ ਹੈ ਆਪਾਂ ਦੋਨੇ ਹੀ ਖਬਰਾਂ ਲਵਾਂਗੇ, ਮਿਕਸ ਕਰ ਦਿੰਦੇ ਆ। ਅੱਛਾ ਜੀ। ਦੋ ਖਬਰਾਂ ਨੇ। ਆਸਟ੍ਰੇਲੀਆ 'ਚ ਕਹਿੰਦੇ ਆ ਕਿ ਪੰਜਾਬੀ ਪਹਿਲੀਆਂ 10 ਭਾਸ਼ਾਵਾਂ ਦੇ ਵਿੱਚ ਸ਼ੁਮਾਰਤ ਹੋ ਗਈ ਹੈ, ਸ਼ਾਮਲ ਹੋ ਗਈ ਹੈ। ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੜ੍ਹ ਸਕਦੇ ਆ ਹੁਣ ਆਪਣੀ ਮਾਂ ਬੋਲੀ। ਤਾਂ ਆਸਟ੍ਰੇਲੀਆ ਦੇ ਮੈਡੀਕਲ ਖੇਤਰ 'ਚ ਵੀ ਕਹਿੰਦੇ ਕਿ ਮੌਕੇ ਵੱਧ ਰਹੇ ਆ ਤੇ ਇਹ ਬਹੁਤ ਵਧੀਆ ਗੱਲ ਹੈ ਕਿ 10ਵੀਂ ਭਾਸ਼ਾ ਜਿਹੜੀ ਹੈ ਸਾਡੀ ਉਹ ਪੰਜਾਬੀ ਬਣੀ ਆ। ਪੰਜਾਬੀ ਉੱਥੇ ਚੰਗਾ ਗਰੋ ਕਰ ਰਹੇ ਨੇ ਤੇ ਦੁਆਵਾਂ ਵੀ ਆ। ਤਾਂ ਦੂਸਰੇ ਹੈ ਨਿਊਜ਼ੀਲੈਂਡ, ਨੇੜੇ ਹੀ ਆ ਨਾ ਆਸਟ੍ਰੇਲੀਆ ਨਿਊਜ਼ੀਲੈਂਡ, ਉਧਰ ਵੀ ਹੁਣ ਪੰਜਾਬੀ ਜਾਣ ਲੱਗ ਪਿਆ। ਤਾਂ ਨਿਊਜ਼ੀਲੈਂਡ ਤੋਂ ਕਿ ਪੂਜਾ ਕਟਾਰੀ ਹੈ ਜਿਹੜੀ ਪੰਜਾਬ ਦੀ ਧੀ ਹੈ, ਇੱਕ ਮੌਰੀ ਭਾਸ਼ਾ 'ਚ ਬੈਚਲਰ ਆਫ ਟੀਚਿੰਗ ਕਰਨ ਵਾਲੀ ਪਹਿਲੀ ਪੰਜਾਬਣ। ਤਾਂ ਉਹਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਕੁਝ ਚੀਜ਼ਾਂ ਰਲਦੀਆਂ ਮਿਲਦੀਆਂ ਨੇ। ਆ ਸਾਰੀਆਂ ਖਬਰਾਂ ਹੁਣ ਅੱਜ ਖੁਸ਼ੀ ਵਾਲੀਆਂ ਹੀ ਆ ਪੰਜਾਬੀਆਂ ਵਾਸਤੇ। ਤਾਂ ਇਹਨਾਂ ਨੇ ਜਦੋਂ ਮਤਲਬ ਕਿ ਪੜ੍ਹਾਉਣਾ ਸਟਾਰਟ ਕੀਤਾ ਤੇ ਇਹਨਾਂ ਨੇ ਜਦੋਂ ਮੌਰੀ ਬੱਚਿਆਂ ਨੂੰ ਪੜ੍ਹਾਇਆ ਤੇ ਇਹਨਾਂ ਨੂੰ ਲੱਗਿਆ ਕਿ ਟੀਚਰਾਂ ਦੀ ਟ੍ਰੇਨਿੰਗ ਦੇ ਵਿੱਚ ਬਸ ਕੁਝ ਜ਼ਰੂਰੀ ਮਤਲਬ ਕਿ ਸ਼ਬਦ ਹੀ ਉਹਨਾਂ ਨੂੰ ਸਿਖਾਏ ਜਾਂਦੇ ਆ, ਕੋਈ ਟ੍ਰੇਨਿੰਗ ਦਾ ਕੋਈ ਖਾਸ ਵੱਡਾ ਮਕਸਦ ਨਹੀਂ ਹੈ। ਤਾਂ ਇਹਨਾਂ ਨੇ ਕਿਹਾ ਕਿ ਫਿਰ ਪੜ੍ਹਾਉਣਾ ਹੀ ਹੈ ਤਾਂ ਚੱਜ ਨਾਲ ਪੜ੍ਹਾਓ। ਤਾਂ ਫਿਰ ਇਹਨਾਂ ਨੇ ਬੈਚਲਰ ਆਫ ਟੀਚਿੰਗ ਕੀਤੀ ਹੈ। ਤਾਂ ਸਾਰੇ ਅੱਜ ਇਹਨਾਂ ਨੂੰ ਵੀ ਸਲਾਮ ਕਰ ਰਹੇ।